ਲਵਪ੍ਰੀਤ ਨੇ ਖੁਦਕੁਸ਼ੀ ਕੀਤੀ, ਉਸ ਤੋਂ ਬਾਅਦ ਇਲਜ਼ਾਮ ਲੱਗੇ ਤੇ ਹੁਣ ਧੜਾ ਧੜ ਸੋਸ਼ਲ ਮੀਡੀਆ ਭਰਿਆ ਹੋਇਆ ਕਿ ਸਾਡੇ ਨਾਲ ਵੀ ਧੋਖਾ ਹੋ ਗਿਆ, ਸਾਡੇ ਨਾਲ ਵੀ ਫਰਾਡ ਹੋ ਗਿਆ। ਕਾਰਨ ਕੀ ਮੰਨਦੇ ਹੋ? ਸਿਸਟਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈਗਾ। ਜਦੋਂ ਕੋਈ ਹੋਰ ਆਫਰ ਨਹੀਂ ਬਚਦੀ, ਜਦੋਂ ਕੋਈ ਹੋਰ ਕੋਈ ਰਸਤਾ ਨਹੀਂ ਬਚਦਾ, ਬੰਦਾ ਸੁਸਾਈਡ ਕਰਦਾ ਹੈ। ਹੁਣ ਕੈਨੇਡਾ ਅਮਰੀਕਾ ਵਰਗੇ ਮੁਲਕ 'ਚ ਇਹ ਚੀਜ਼ ਮੰਨੀ ਨਹੀਂ ਜਾਂਦੀ ਹੈਗੀ। ਬਹੁਤ ਪੈਸਾ ਸ਼ਾਇਦ ਭੁਲਾਇਆ ਜਾ ਸਕਦਾ ਸੀ, ਪਰ ਜਿਹੜਾ ਪੁੱਤ ਗਿਆ ਹੈਗਾ ਉਹ ਮਾਪੇ ਕਿਵੇਂ ਭੁਲਾਉਣਗੇ? ਇਹ 'ਚ ਬੱਚੀ ਦੀ ਬਹੁਤ ਵੱਡੀ ਗਲਤੀ ਹੈ। ਬੱਚੀ ਦੀ ਗਲਤ ਦੇਖੋ, ਅਸੀਂ ਪੱਖ ਦੋਨੋਂ ਸੁਣ ਕੇ ਫੈਸਲਾ ਸਹੀ ਲੈ ਸਕਦੇ ਹੈਗੇ, ਪਰ ਇੱਕ ਜਾਨ ਚਲੀ ਗਈ ਆ, ਉੱਥੇ ਬੱਚੀ ਦੀ ਗਲਤੀ ਮੈਨੂੰ ਜ਼ਿਆਦਾ ਲੱਗਦੀ ਹੈਗੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 4 ਲਾਵਾਂ ਵੀ ਹੋਈਆਂ, ਵਿਆਹ ਹੋਇਆ ਪ੍ਰੋਪਰ ਢੰਗ ਨਾਲ, ਉੱਥੇ ਵੀ ਧੋਖਾ ਹੋਇਆ। ਹੁਣ ਜਿਹੜੇ ਲੋਕ ਇੱਥੇ ਨਹੀਂ ਗਏ ਹੈਗੇ, ਉਹਨਾਂ ਦਾ ਭਵਿੱਖ ਵੀ ਖਤਰੇ 'ਚ ਆਊਗਾ ਨਾ। ਜ਼ਰੂਰਤ ਦੋਨਾਂ ਦੀ ਸੀਗੀ, ਚਾਹੇ ਮੁੰਡਾ ਚਾਹੇ ਕੁੜੀ ਹੈ, ਪਰ ਬਾਕੀ ਦਾ ਨੁਕਸਾਨ ਹੋਣਾ ਤੈਅ ਹੈ ਇਹਦੇ ਵਿੱਚ। ਕੀ ਡਿਪੋਰਟ ਦਾ ਪ੍ਰੋਸੀਜਰ ਇੰਨਾ ਸੌਖਾ ਹੈ ਕਿ ਇੱਧਰੋਂ ਜਿਹੜੀ ਸਰਕਾਰਾਂ ਨਾਲ ਗੱਲ ਕਰਨੀ ਹੈ, ਜਾਂ ਉੱਥੇ ਐਪਲੀਕੇਸ਼ਨ ਦਿੱਤੀ ਕਿ ਜੇ ਕੋਈ ਕੁੜੀ ਧੋਖਾ ਕਰਦੀ ਹੈ ਜਾਂ ਮੁੰਡਾ ਧੋਖਾ ਕਰਦਾ, ਡਿਪੋਰਟ ਹੋ ਜੂ? ਮੇਰੇ ਹਿਸਾਬ ਨਾਲ ਜੋ ਮੈਨੂੰ ਸਮਝ ਆ, ਜਿੰਨਾ ਮੈਂ ਉੱਥੇ ਦੇ ਕਾਨੂੰਨ ਦੀ ਮੈਨੂੰ ਸਮਝ ਹੈਗੀ ਆ, ਐਡਾ ਕੋਈ ਈਜ਼ੀ ਵੇ ਨਹੀਂ ਹੈਗਾ ਵੀ ਉਹਦੀ ਵੀ ਗੱਲ ਸੁਣੀ ਜਾਊ। ਚੈਟਸ ਸਾਹਮਣੇ ਆ ਗਈਆਂ, ਫੋਟੋਜ਼ ਸਾਹਮਣੇ ਆ ਗਈਆਂ, ਬਹੁਤ ਕੁਝ ਸਾਹਮਣੇ ਆ ਗਿਆ। ਇੱਕ ਗੱਲ ਤਾਂ ਹੈ ਵੀ ਧੋਖਾ ਤਾਂ ਹੋ ਰਿਹਾ ਏ, ਚਾਹੇ ਇਸ ਕੇਸ 'ਚ ਹੋਵੇ ਚਾਹੇ ਦੂਜੇ ਕੇਸਾਂ 'ਚ ਹੋਵੇ। ਕਿਸੇ ਸੁਸਾਇਟੀ ਦੇ ਵਿੱਚ ਕ੍ਰਾਈਮ ਕਦੇ ਰੁਕਦਾ ਹੁੰਦਾ? ਉਹਨੂੰ ਘਟਾਇਆ ਜਾ ਸਕਦਾ ਹੁੰਦਾ। ਇਹ ਵੀ ਹੋ ਗਿਆ ਕਿ ਅਸੀਂ ਡਿਪੈਂਡੈਂਟ ਹੋ ਗਏ ਕੈਨੇਡਾ ਵਰਗੇ ਮੁਲਕਾਂ ਤੇ, ਕਿ ਉੱਥੇ ਜਾ ਕੇ ਹੀ ਗੱਲ ਬਣਨੀ ਹੈ ਬਸ, ਉਹ ਤੋਂ ਬਿਨਾਂ ਸਾਡਾ ਕੋਈ ਭਵਿੱਖ ਨਹੀਂ। ਹਰ ਸਾਲ ਸਾਡੇ ਸੂਬੇ ਦਾ 24,000 ਕਰੋੜ ਰੁਪਈਆ ਸਾਲ ਦਾ ਸਾਡਾ ਕੈਨੇਡਾ ਜਾ ਰਿਹਾ। ਐਲੀਗੇਸ਼ਨ ਲੱਗ ਰਹੇ ਨੇ ਕਿ ਕੁੜੀ ਨੇ ਉੱਥੇ ਜਾ ਕੇ ਕਿਸੇ ਹੋਰ ਨੂੰ ਫਰੈਂਡ ਬਣਾ ਲਿਆ ਜਾਂ ਲਿਵ ਇਨ 'ਚ ਚਲੇ ਗਈ। ਕੀ ਲੱਗਦਾ ਹੈ ਕਿ ਜੇ ਇਹ ਮੁੰਡੇ ਨਾਲ ਉਹਨੂੰ ਲੈ ਕੇ ਜਾਂਦੀ ਕੈਨੇਡਾ, ਬਾਅਦ ਵਿੱਚ ਜਿਸ ਨਾਲ ਰਹਿਣਾ ਸੀਗਾ ਡਾਈਵੋਰਸ ਲੈਂਦੀ ਜਾਂ ਆਪਸ 'ਚ ਸਹਿਮਤੀ ਹੁੰਦੀ, ਇਹ ਜ਼ਰੂਰੀ ਸੀ? ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਪਿਛਲੇ ਕਈ ਦਿਨਾਂ ਤੋਂ ਇੱਕ ਮੁੱਦਾ ਗਰਮਾਇਆ ਹੋਇਆ ਏ, ਉਹ ਇਹ ਹੈ ਕਿ ਕੈਨੇਡਾ ਵਿੱਚ ਜਾ ਕੇ ਬਹੁਤ ਸਾਰੀਆਂ ਲੜਕੀਆਂ ਧੋਖਾ ਦੇ ਰਹੀਆਂ ਨੇ, ਚੀਟ ਕਰ ਰਹੀਆਂ ਨੇ। ਬਰਨਾਲਾ ਦੇ ਇੱਕ ਲੜਕੇ ਲਵਪ੍ਰੀਤ ਸਿੰਘ ਨੇ ਇਸੇ ਕਰਕੇ ਖੁਦਕੁਸ਼ੀ ਕਰ ਲਈ ਕਿ ਉਸ ਨਾਲ ਜਿਹੜੀ ਲੜਕੀ ਵਿਆਹੀ ਸੀਗੀ, ਉਸਨੇ ਉਸ ਨਾਲ ਧੋਖਾ ਕੀਤਾ, ਕੈਨੇਡਾ ਲੈ ਕੇ ਨਹੀਂ ਗਈ ਹੈਗੀ। ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ, ਪਰ ਇਹ ਮਾਮਲੇ ਕਿਉਂ ਸਾਹਮਣੇ ਆ ਰਹੇ ਨੇ, ਇਸ ਦਾ ਕਾਰਨ ਕੀ ਹੈ, ਕੀ ਕਾਰਵਾਈ ਹੋਣੀ ਚਾਹੀਦੀ ਹੈ, ਕੌਣ ਜ਼ਿੰਮੇਵਾਰ ਹੈ? ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਸਵਾਗਤ ਹੈ ਤੁਹਾਡਾ। ਨਾਲ ਹੀ ਸਵਾਲ ਵੀ ਹੈ ਕਿ ਇਹ ਜਿਹੜੇ ਮਾਮਲੇ ਨੇ ਇੱਕਦਮ ਉਜਾਗਰ ਹੋ ਰਹੇ ਨੇ, ਲਵਪ੍ਰੀਤ ਨੇ ਖੁਦਕੁਸ਼ੀ ਕੀਤੀ, ਉਸ ਤੋਂ ਬਾਅਦ ਇਲਜ਼ਾਮ ਲੱਗੇ ਤੇ ਹੁਣ ਧੜਾ ਧੜ ਸੋਸ਼ਲ ਮੀਡੀਆ ਭਰਿਆ ਹੋਇਆ ਕਿ ਸਾਡੇ ਨਾਲ ਵੀ ਧੋਖਾ ਹੋ ਗਿਆ, ਸਾਡੇ ਨਾਲ ਵੀ ਫਰਾਡ ਹੋ ਗਿਆ। ਕਾਰਨ ਕੀ ਮੰਨਦੇ ਹੋ? ਰਣਵੀਰ ਜੀ, ਦੇਖੋ, ਜਿਹੜੀ ਸਭ ਤੋਂ ਵਿਚਾਰਨ ਵਾਲੀ ਗੱਲ ਹੈਗੀ ਆ, ਚਾਹੇ ਕੋਈ ਮੁੰਡਾ ਹੈ ਚਾਹੇ ਕੋਈ ਕੁੜੀ ਹੈ ਜੀ, ਚਾਹੇ ਕੋਈ ਲੜਕਾ ਕਿਸੇ ਲੜਕੀ ਨੂੰ ਧੋਖਾ ਦਿੰਦਾ ਜਾਂ ਕੋਈ ਲੜਕੀ ਕਿਸੇ ਲੜਕੇ ਨੂੰ ਧੋਖਾ ਦਿੰਦੀ ਹੈ, ਗੱਲ ਇਹ ਧੋਖਾ ਨਹੀਂ ਹੋਣਾ ਚਾਹੀਦਾ ਹੈਗਾ। ਬਰਾਬਰ ਆ, ਧੋਖਾ ਹੀ ਹੁੰਦਾ ਜਾਂ ਕਿਸੇ ਇਨਸਾਨ ਨਾਲ, ਚਾਹੇ ਲੜਕੀ ਦੇਵੇ ਤੇ ਚਾਹੇ ਲੜਕਾ। ਜਦੋਂ ਅਸੀਂ ਕਿਤੇ ਕਮਿਟਡ ਹੁੰਦੇ ਆ ਤਾਂ ਸਾਨੂੰ ਜੋ ਸਾਡੇ ਬੋਲ ਨੇ ਉਹ ਜ਼ਰੂਰ ਪਕਾਉਣੇ ਚਾਹੀਦੇ ਹੈਗੇ ਆ। ਤੇ ਹੁਣ ਇੱਥੇ ਤੁਸੀਂ ਮੁੱਦਾ ਦੇਖ ਲਓ, ਕਿੱਡਾ ਵੱਡਾ ਮੁੱਦਾ ਬਣਿਆ ਹੋਇਆ। ਹੁਣ ਇੱਕ ਸਮਾਜਿਕ ਮੁੱਦਾ ਬਣ ਚੁੱਕਿਆ, ਇੱਕ ਕਮਿਊਨਿਟੀ ਦਾ ਮੁੱਦਾ ਬਣ ਚੁੱਕਿਆ ਹੈਗਾ ਸਾਡਾ। ਤੇ ਉਹਦੇ ਨਾਲ ਸਾਡੀ ਕਮਿਊਨਿਟੀ ਦਾ ਕੈਨੇਡੀਅਨ ਗੌਰਮੈਂਟ ਦੇ ਨਿਗਾਹ ਦੇ ਵਿੱਚ ਜੋ ਤੁਸੀਂ ਦੇਖਦੇ ਹੋ ਕਿ ਸਾਨੂੰ ਇਹਦੇ ਕੀ ਨਤੀਜੇ ਅੱਗੇ ਜਿਹੜੀ ਨਵੀਂ ਜਨਰੇਸ਼ਨ ਹੋਰ ਜਾਣ ਨੂੰ ਬੈਠੀ ਆ, ਉਹਨਾਂ ਦੀ ਇੱਕ ਨਵੀਂ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈਗੀ ਆ। ਤੇ ਜਦੋਂ ਇੱਕ ਕਮਿਊਨਿਟੀ ਦੀ ਗੱਲ ਹੁੰਦੀ ਹੈ ਨਾ, ਤਾਂ ਉਹ ਸਾਰੀ ਕਮਿਊਨਿਟੀ ਦਾ ਇੱਜ਼ਤ ਉਸ ਦਾਅ 'ਤੇ ਲੱਗ ਜਾਂਦੀ ਹੈਗੀ। ਮਤਲਬ ਬਦਨਾਮ ਕਮਿਊਨਿਟੀ ਹੁੰਦੀ ਹੈ, ਸਾਰਾ ਭਾਈਚਾਰਾ। ਤੇ ਉਹਦਾ ਭੁਗਤਾਨ ਸਭ ਨੂੰ ਮਿਲ ਕੇ ਕਰਨਾ ਪੈਂਦਾ ਹੈਗਾ। ਹੁਣ ਇੱਥੇ ਵੀ ਇਹੀ ਹੋ ਰਿਹਾ ਹੈਗਾ। ਜੇ ਦੇਖਿਆ ਜਾਵੇ ਤਾਂ ਜਿਹੜਾ ਇਹ ਮੈਰਿਜ, ਕੰਟਰੈਕਟ ਮੈਰਿਜ ਦੀ ਆਪਾਂ ਹੁਣ ਗੱਲ ਕਰਦੇ ਪਏ ਹਾਂ, ਪਹਿਲਾਂ ਤਾਂ ਲੀਗਲੀ ਨਹੀਂ ਹੈਗੀ। ਫਸਟ ਆਫ ਆਲ ਜੇ ਆਪਾਂ ਜਿਹੜੀ ਗੱਲ ਕਰੀਏ ਹੈਗੀ, ਇਹ ਲੀਗਲ ਨਹੀਂ ਹੈਗੀ, ਇਹ ਲੀਗਲ ਵੇ ਨਹੀਂ ਹੈਗਾ ਕੋਈ। ਚਲੋ ਠੀਕ ਹੈ। ਦੂਜੀ ਗੱਲ ਇਹ ਹੈ ਵੀ ਦੇਖੋ, ਇੱਕ +2 ਕਰਕੇ ਇੱਕ ਬੱਚੀ ਦਾ ਵਿਆਹ ਹੋ ਜਾਂਦਾ, ਉਹਦੀ ਉਮਰ 18 ਸਾਲ ਦੀ ਹੁੰਦੀ ਹੈ, ਕਾਨੂੰਨੀ ਤੌਰ 'ਤੇ ਉਹ ਵੈਲਿਡ ਹੁੰਦੀ ਹੈ, ਕਾਨੂੰਨੀ ਤੌਰ 'ਤੇ ਉਹ ਵਿਆਹ ਕਰਵਾ ਸਕਦੀ ਹੈ। ਕੀ ਅਸੀਂ ਸਮਝਦੇ ਵੀ ਬੱਚੇ ਕੋਲ ਇੰਨੀ ਸਮਝ ਵਿਵੇਕ ਹੈਗਾ ਵੀ ਉਹ ਜ਼ਿੰਦਗੀ ਦੇ ਫੈਸਲੇ ਸਹੀ ਗਲਤ ਲੈ ਸਕੇ? ਇਹ ਵੀ ਕਾਰਨ ਬਣਦਾ ਜਾ ਰਿਹਾ ਹੈਗਾ। ਚਾਹੇ ਕੋਈ ਲੜਕਾ ਕੋਈ ਲੜਕੀ ਹੈ, ਬਹੁਤ ਇਮੈਚਿਓਰ ਹੁੰਦੇ ਬੱਚੇ, ਤਾਂ ਹੀ ਕੋਈ 22 ਸਾਲ ਦੀ ਉਮਰ 'ਚ ਵਿਆਹ ਕਰਦਾ, ਕੋਈ 24 ਸਾਲ ਦੀ, ਕੋਈ 26 ਸਾਲ ਦੀ, ਕੋਈ 28 ਸਾਲ ਦੀ। ਲੱਗਦਾ ਬੰਦੇ 'ਚ ਮੈਚਿਓਰਿਟੀ ਹੋਣੀ ਚਾਹੀਦੀ ਹੈ।
ਬੰਦੇ ਦੇ ਵਿੱਚ ਦੁਨੀਆ ਦੇਖੀ ਹੋਣੀ ਦੁਨੀਆ ਦੇਖੀ ਹੋਣੀ ਚਾਹੀਦੀ ਹੈ, ਤਜਰਬੇ ਹੋਣੇ ਚਾਹੀਦੇ ਨੇ। ਤੇ ਹੁਣ ਇੱਥੇ ਆਪਾਂ ਹੁਣ ਜਿਹੜੀ ਆਪਾਂ ਆਹ ਗੱਲ ਦੇਖਦੇ ਪਏ ਹੈਗੇ ਆ ਕਿ ਨਵੇਂ ਬੱਚੇ ਨੇ ਤਾਂ ਇੱਕ ਗਲਤੀ ਦੀ ਗੁੰਜਾਇਸ਼ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈਗਾ। +2 ਕਰਕੇ ਬੱਚਾ ਨਿਕਲਦਾ ਹੈਗਾ, ਉਹਦੀ ਜਿਹੜਾ ਸੋਚ ਵਿਚਾਰ ਡਿਫਰੈਂਟ ਹੁੰਦੇ ਨੇ, ਇੱਕ ਬੱਚਿਆਂ ਵਰਗੇ ਹੁੰਦੇ ਹੈਗੇ। ਪਰ ਇੱਕ ਗੱਲ ਹੋਰ ਵੀ ਮੰਨਦੇ ਹੋ ਕਿ ਦੋ ਤਰ੍ਹਾਂ ਦੇ ਕੇਸ ਨੇ ਇਸ ਵੇਲੇ। ਇੱਕ ਤਾਂ ਵਾਕਈ ਕੰਟਰੈਕਟ ਮੈਰਿਜ ਹੈ, ਇੱਕ ਵਿਆਹ ਵੀ ਹੋਇਆ ਏ, ਰਿਸ਼ਤਾ ਤੈਅ ਹੋਇਆ, ਸਾਰਾ ਕੁਝ ਜੋ ਪ੍ਰੋਸੀਜਰ ਹੁੰਦਾ ਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 4 ਲਾਵਾਂ ਵੀ ਹੋਈਆਂ, ਵਿਆਹ ਹੋਇਆ ਪ੍ਰੋਪਰ ਢੰਗ ਦੇ ਨਾਲ, ਉੱਥੇ ਵੀ ਧੋਖਾ ਹੋ ਰਿਹਾ। ਦੇਖੋ ਜੇ ਗੁਰੂ ਮਹਾਰਾਜ ਦੇ ਸਾਹਮਣੇ ਹੁਣ ਜਦੋਂ ਕੋਈ ਮਸਲਾ ਬਣਦਾ ਹੈਗਾ, ਜਦੋਂ ਗੱਲ ਉਲਝਦੀ ਹੈ ਕਿਤੇ, ਫਿਰ ਤਾਂ ਇਹੀ ਮਸਲਾ ਬਣਦਾ ਵੀ ਸਾਡੇ ਤੋਂ ਇੰਨੇ ਪੈਸੇ ਲਏ ਗਏ, ਚਾਹੇ ਕੋਈ ਮੁੰਡੇ ਵਾਲਾ ਚਾਹੇ ਕੁੜੀ ਵਾਲਾ ਹੈਗਾ। ਇਹਦੇ 'ਚ ਮੈਂ ਉਹੀ ਗੱਲ ਕਰਦਾ, ਮੈਂ ਸਭ ਤੋਂ ਜਿਹੜਾ ਮੁੱਖ ਕਾਰਨ ਆ, ਇੱਕ ਵਿਆਹ ਹੁੰਦੇ ਕਿਉਂ ਨੇ, ਦੋਨੇ ਤਰ੍ਹਾਂ ਨੂੰ ਗਰਜ ਹੁੰਦੀ ਆ। ਇੱਕ ਪੈਸੇ ਹੁੰਦੇ ਨੇ, ਠੀਕ ਹੈ, ਇੱਕ ਆਰਥਿਕ ਤੌਰ 'ਤੇ ਸੰਬੰਧ ਹੋਣਾ, ਇੱਕ ਦੀ ਆਰਥਿਕਤਾ ਕਮਜ਼ੋਰ ਹੁੰਦੀ ਹੈਗੀ ਆ। ਉਹਦੇ ਕੋਲ ਐਜੂਕੇਸ਼ਨ ਹੁੰਦੀ ਆ, ਉਹਦੇ ਕੋਲ ਪੈਸਾ। ਆਮ ਕਰਕੇ ਕੁੜੀ ਕੋਲ ਦੋਵਾਂ ਦੀ ਬਰਾਬਰ ਹੁੰਦੀ ਆ ਤੇ ਤਾਂ ਹੀ ਹੱਥ ਮਿਲਦਾ। ਇੱਕ ਹੱਥ ਨਾਲ ਮਿਲ ਕੇ 11 ਬਣਦੇ ਨੇ, ਤਾਂ ਹੀ ਇੱਕ ਸੰਬੰਧ ਜੁੜਦਾ ਹੈ। ਦੋਹਾਂ ਦੀ ਲੋੜ ਹੈ, ਦੋਹਾਂ ਦੀ ਲੋੜ ਹੈਗੀ ਹੈ। ਤੇ ਗੱਲ ਇਹ ਵੀ ਜਦੋਂ ਥੋੜੇ ਰਿਸ਼ਤਿਆਂ 'ਚ ਫਰਕ ਪੈ ਜਾਂਦਾ, ਥੋੜੀ ਵਿਚਾਰਧਾਰਾ 'ਚ ਫਰਕ ਪੈ ਜਾਂਦਾ, ਦੂਰੀਆਂ ਪੈ ਜਾਂਦੀਆਂ, ਮਨਾਂ 'ਚ ਦੂਰੀਆਂ ਪੈ ਜਾਂਦੀਆਂ ਹੈਗੀਆਂ, ਜੇ ਡਿਫਰੈਂਸ ਆ ਜਾਂਦੇ ਹੈਗੇ, ਫਿਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ। ਇਹੋ ਜਿਹੇ ਹਾਲਾਤ ਬਣਦੇ ਨੇ, ਸੁਭਾਵਿਕ ਹੈ ਇਹ ਚੀਜ਼ ਹੈਗੀ ਹੈ। ਅੱਛਾ, ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਮੁੰਡੇ ਕੀ ਕਾਬਲ ਨਹੀਂ, ਕਿ ਉਹ ਆਇਲਸ ਨਹੀਂ ਕਰ ਸਕਦੇ, ਕਿ ਉਹ ਪੜ੍ਹ ਨਹੀਂ ਸਕਦੇ ਮੈਂ ਹੈਗੇ। ਹਮੇਸ਼ਾ ਇਹ ਗੱਲ ਕਹਿਣਾ ਹੁੰਦਾ। ਹੁਣ ਇਹ 'ਚ ਸਭ ਤੋਂ ਵੱਡੀ ਗੱਲ ਕੀ ਹੈ ਵੀ ਆਇਲਸ ਕੋਈ ਬਹੁਤ ਵੱਡੀ ਐਜੂਕੇਸ਼ਨ ਡਿਗਰੀ ਨਹੀਂ ਹੈ ਵੀ ਤੁਸੀਂ PhD ਕਰ ਲਈ ਜੀ, ਤੁਸੀਂ ਡਾਕਟਰੇਟ ਕਰ ਲਈ ਹੈਗੀ ਆ, ਤੁਸੀਂ ਡਾਕਟਰ ਬਣ ਗਏ ਹੈਗੇ ਹੋ, ਤੁਸੀਂ ਇੰਜੀਨੀਅਰ ਬਣ ਗਏ ਹੈਗੇ ਹੋ। ਇੱਕ ਹੁਣ ਇੱਥੇ ਇਹ ਪਤਾ ਲੱਗਦਾ ਸਾਡੀ ਜਿਹੜੀ ਐਜੂਕੇਸ਼ਨ ਦਾ ਮਿਆਰੀਕਰਨ ਕੀ ਆ। ਸਾਡੀ ਜਿਹੜਾ ਬੇਸ ਹੈ ਨਾ ਐਜੂਕੇਸ਼ਨ ਦਾ, ਬਹੁਤ ਜ਼ਿਆਦਾ ਕਮਜ਼ੋਰ। ਇਹ ਸਾਡੇ ਲਈ ਹਊਆ ਬਣਿਆ ਹੋਇਆ ਆਇਲਸ। ਹਾਂ, ਆਇਲਸ ਤਾਂ ਕੋਈ ਚੀਜ਼ ਹੀ ਨਹੀਂ ਹੈਗੀ। ਇੱਕ ਫਰੈਸ਼ਰ ਬੱਚਾ ਨਿਕਲਦਾ +2 ਕਰਕੇ, ਤਾਂ ਉਹਨੂੰ ਇੰਗਲਿਸ਼ ਤਾਂ ਪੜ੍ਹੀ ਹੁੰਦੀ ਹੈਗੀ ਆ। ਇੰਗਲਿਸ਼ ਤਾਂ ਕੋਈ ਵੱਡਾ ਇਸ਼ੂ ਨਹੀਂ ਉਹਦੇ ਲਈ ਹੈਗਾ। ਗੱਲ ਜੇ ਸਾਡੀ ਮਿਆਰੀਕਰਨ ਚੰਗਾ ਹੋਊਗਾ, ਇੱਕ ਕਨਵੈਂਟ ਸਕੂਲ ਦਾ ਬੱਚਾ ਕੋਈ ਆਇਲਸ ਦੀ ਤਿਆਰੀ ਨਹੀਂ ਕਰਦਾ, ਤਾਂ ਉਦੋਂ 7.5-8 ਬੈਂਡ ਉਹ ਨੋਰਮਲ ਆਉਂਦੇ ਆ, ਕਿਉਂਕਿ ਉਹਦਾ ਜਿਹੜਾ ਬੂਟਾ ਲੱਗਿਆ ਸੀ ਨਾ, ਉਹ ਜਿਹਾ ਵਧੀਆ ਬੀਜ ਪਾਇਆ, ਉਹ ਜਿਹਾ ਪੌਦਾ ਉੱਗਿਆ ਹੈਗਾ, ਉਹ ਜਿਹਾ ਪੁੰਗ ਰਿਹਾ ਬੀਜ ਨਾ, ਜਿਸ ਸੇਧ ਨਾਲ ਉਸ ਨੂੰ ਬੀਜਿਆ ਗਿਆ ਸੀ। ਹੁਣ ਇੱਥੇ ਜਿਹੜਾ ਐਜੂਕੇਸ਼ਨ ਦਾ ਮਿਆਰੀਕਰਨ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਹਿ ਲਓ, ਹੋਰ ਕਹਿ ਲਓ, ਸਰਕਾਰੀ ਸਕੂਲਾਂ ਦਾ, ਇੰਨਾ ਕੁ ਬੱਚਾ ਉਸ ਕਾਬਲ ਨਹੀਂ ਬਣਦਾ ਹੈਗਾ ਵੀ ਕੋਈ ਆਇਲਸ ਕਲੀਅਰ ਕਰ ਸਕੇ। ਉਹਦੇ ਲਈ ਇਸ਼ੂ ਬਣ ਜਾਂਦਾ ਆਇਲਸ ਬਹੁਤ ਵੱਡਾ। ਫਿਰ ਇਸੇ ਕਰਕੇ ਹੁਣ ਇਹ ਜੇ ਐਜੂਕੇਸ਼ਨ ਦਾ ਮਿਆਰੀਕਰਨ ਹੋਵੇ ਤਾਂ ਇਹ ਕੁਝ ਜ਼ਰੂਰਤ ਨਹੀਂ ਪੈਣੀ, ਨਾ ਲੜਕੇ ਨੂੰ ਜ਼ਰੂਰਤ ਪੈਣੀ, ਨਾ ਲੜਕੀ ਨੂੰ ਜ਼ਰੂਰਤ ਪੈਣੀ ਹੈਗੀ ਹੈ। ਪਰ ਹੁਣ ਤੁਸੀਂ ਦੇਖੋ, ਇੱਕ ਕਮਿਊਨਿਟੀ ਦਾ ਮੁੱਦਾ ਬਣ ਚੁੱਕਿਆ। ਹੁਣ ਜਿਹੜੇ ਲੋਕ ਇੱਥੇ ਨਹੀਂ ਗਏ ਹੈਗੇ, ਉਹਨਾਂ ਦਾ ਭਵਿੱਖ ਵੀ ਖਤਰੇ 'ਚ ਆਊਗਾ ਨਾ। ਜ਼ਰੂਰਤ ਦੋਨਾਂ ਦੀ ਸੀਗੀ, ਚਾਹੇ ਮੁੰਡਾ ਚਾਹੇ ਕੁੜੀ ਹੈ, ਪਰ ਬਾਕੀ ਦਾ ਨੁਕਸਾਨ ਹੋਣਾ ਤੈਅ ਹੈ ਇਹਦੇ ਵਿੱਚ। ਮਤਲਬ ਇਸ ਕੇਸ ਨੇ ਕਈਆਂ ਦੇ ਅੱਗੇ ਆਉਣ ਵਾਲੇ ਸਮੇਂ 'ਚ ਕੰਡੇ ਬੀਜਤੇ, ਕੰਡੇ ਬੀਜੇ ਗਈ, ਹੁਣ ਤੈਅ ਹੈ ਉਹਨਾਂ ਦਾ। ਅੱਛਾ, ਇੱਕ ਹੋਰ ਸਵਾਲ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਡਿਪੋਰਟ ਹੋ ਜੂਗੀ, ਡਿਪੋਰਟ ਕਰਾ ਦਾਂਗੇ। ਕੀ ਡਿਪੋਰਟ ਦਾ ਪ੍ਰੋਸੀਜਰ ਇੰਨਾ ਸੌਖਾ ਹੈ ਕਿ ਇੱਧਰੋਂ ਜਿਹੜੀ ਸਰਕਾਰਾਂ ਨਾਲ ਗੱਲ ਕਰਨੀ ਹੈ, ਜਾਂ ਉੱਥੇ ਐਪਲੀਕੇਸ਼ਨ ਦਿੱਤੀ ਕਿ ਜੇ ਕੋਈ ਕੁੜੀ ਧੋਖਾ ਕਰਦੀ ਹੈ ਜਾਂ ਮੁੰਡਾ ਧੋਖਾ ਕਰਦਾ, ਡਿਪੋਰਟ ਹੋ ਜਾਊਗਾ? ਰਣਵੀਰ ਜੀ ਦੇਖੋ, ਇਹ ਗੱਲ ਉੱਥੇ ਕਾਨੂੰਨ ਹੋਇਆ ਉਸ ਦੇਸ਼ ਦੇ ਲਾਗੂ। ਅੱਜ ਹਰ ਬੰਦਾ ਕੋਸ਼ਿਸ਼ ਕਰ ਰਿਹਾ ਅੱਜ, ਤੇ ਉਹ ਗੱਲ ਕਹਿ ਰਿਹਾ ਉਹਨੂੰ ਰਿਪੋਰਟ ਕੀਤਾ ਜਾਊਗਾ। ਕੋਈ ਬਿਆਨ ਦੇ ਰਿਹਾ ਹੈ ਨਾ, ਮੁੰਡੇ ਵਾਲੇ ਕਹਿ ਰਹੇ ਨੇ ਅਸੀਂ ਰਿਪੋਰਟ ਕਰਾਵਾਂਗੇ, ਹੋਰ ਲੋਕ ਕਹਿ ਰਹੇ ਜਿਹੜੇ ਕੁੜੀ ਦੇ ਪੱਖ ਦੇ ਕਹਿੰਦੇ ਨਹੀਂ ਰਿਪੋਰਟ ਹੋਣੀ ਚਾਹੀਦੀ। ਹੁਣ ਰਿਪੋਰਟ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਤੇ ਕਾਨੂੰਨ ਲਾਗੂ ਹੋਣਾ ਨਾ, ਉਹ ਕੈਨੇਡਾ ਦਾ ਕਾਨੂੰਨ ਲਾਗੂ ਹੋਣਾ। ਦੇਖੋ, ਜਿਹੜੀ ਕੈਨੇਡਾ ਦਾ ਲੈਂਡ ਆਫ ਹਿਊਮਨ ਆ, ਉੱਥੇ ਹਿਊਮਨ ਬੀਇੰਗ ਦੀ ਵੈਲਿਊ ਹੈਗੀ ਆ। ਐਡਾ ਸੌਖਾ ਕੰਮ ਨਹੀਂ ਹੈਗਾ। ਸਾਰੇ ਲੋਕੀ ਕਹੀ ਜਾਂਦੇ ਨੇ ਵੀ ਵਾਪਸ ਆ ਜਾਊ। ਮੇਰੇ ਹਿਸਾਬ ਨਾਲ ਜੋ ਮੈਨੂੰ ਸਮਝ ਆ, ਜਿੰਨਾ ਮੈਂ ਉੱਥੇ ਦੇ ਕਾਨੂੰਨ ਦੀ ਮੈਨੂੰ ਸਮਝ ਹੈਗੀ ਆ, ਐਡਾ ਕੋਈ ਈਜ਼ੀ ਵੇ ਨਹੀਂ ਹੈਗਾ ਵੀ ਉਹਦੀ ਵੀ ਗੱਲ ਸੁਣੀ ਜਾਊਗੀ। ਹੁਣ ਇੱਥੇ ਜਿਹਦਾ ਕੇਸ ਰਜਿਸਟਰਡ ਹੋਇਆ, ਐਡਮਿਟ ਟੂ ਸੁਸਾਈਡ ਹੋਇਆ, ਵੀ ਆਤਮ ਹੱਤਿਆ ਕਰਨ ਲਈ ਉਕਸਾਇਆ ਗਿਆ। ਆਤਮ ਹੱਤਿਆ ਬੰਦਾ ਕਦੋਂ ਕਰਦਾ? ਜਦੋਂ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਹੈ ਤਾਂ ਕਾਨੂੰਨ ਕੋ ਜਾਂਦਾ, ਪੁਲਿਸ ਕੋ ਜਾਂਦਾ ਹੈਗਾ, ਜਿੱਥੇ ਲਾਅ ਐਂਡ ਆਰਡਰ ਜਿਹੜੀ ਇਨਫੋਰਸਮੈਂਟ ਏਜੰਸੀ ਹੈ, ਉਹਦਾ ਤਾਂ ਗ੍ਰੀਵੈਂਸ ਹੈ, ਦੁੱਖ ਹੈ, ਉਹ ਸੁਣ ਕੇ ਉਹਦਾ ਫੈਸਲਾ ਕਰਨਾ, ਦੂਜੀ ਧਿਰ ਨੂੰ ਬੁਲਾਉਣਾ ਜਾਂ ਕਰਨਾ। ਜਦੋਂ ਲੋਕਾਂ ਦੀ ਉਹ ਉਮੀਦ ਖਤਮ ਹੁੰਦੀ ਜਾ ਰਹੀ ਹੈ ਨਾ, ਇਹ ਸਿਸਟਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈਗਾ। ਜਦੋਂ ਕੋਈ ਹੋਰ ਆਫਰ ਨਹੀਂ ਬਚਦੀ, ਜਦੋਂ ਹੋਰ ਕੋਈ ਰਸਤਾ ਨਹੀਂ ਬਚਦਾ, ਫਿਰ ਬੰਦਾ ਸੁਸਾਈਡ ਕਰਦਾ ਹੈਗਾ। ਹੁਣ ਕੈਨੇਡਾ ਅਮਰੀਕਾ ਵਰਗੇ ਮੁਲਕ ਤਾਂ ਇਹ ਚੀਜ਼ ਮੰਨੀ ਨਹੀਂ ਜਾਂਦੀ ਹੈਗੀ। ਉੱਥੇ ਤਾਂ ਜੇ ਤੁਹਾਨੂੰ ਕੋਈ ਗ੍ਰੀਵੈਂਸ ਹੈਗਾ ਤਾਂ ਪੁਲਿਸ ਨੂੰ ਕਾਲ ਕਰੋ, ਪੁਲਿਸ ਤੁਹਾਡਾ ਗ੍ਰੀਵੈਂਸ ਸੁਣੂਗੀ, ਜੈਨੂਇਨ ਹੋਊਗਾ ਤੁਹਾਡੇ ਹੱਕ 'ਚ ਫੈਸਲਾ ਹੋਊ, ਨਹੀਂ ਜੈਨੂਇਨ ਹੋਊਗਾ ਤੁਹਾਡੇ ਕਾਰਵਾਈ ਹੋ ਜੂਗੀ। ਸੁਸਾਈਡ ਲਈ ਉਕਸਾਉਣ ਵਾਲਾ ਉੱਥੇ ਮਾਮਲਾ ਨਹੀਂ, ਇਹੋ ਜਿਹਾ ਕਾਨੂੰਨ ਨਹੀਂ ਉੱਥੇ ਹੈਗਾ ਬੈਟਮੈਂਟ ਟੂ ਸੁਸਾਈਡ ਵਾਲਾ, ਜਿਹੜੀ ਸਭ ਤੋਂ ਵੱਡੀ ਗੱਲ ਹੈ। ਦੂਜੀ ਸੈਕੰਡ ਗੱਲ ਹੈ ਵੀ ਉਹਨੂੰ ਵੀ ਰਾਈਟ ਹੈਗਾ, ਲੜਕੀ ਨੂੰ ਰਾਈਟ ਮਿਲੂਗਾ ਉਹਦੀ ਆਪਣੀ ਗੱਲ ਰੱਖਣ ਦਾ। ਇੱਕ ਪਾਸੇ ਦੀ ਗੱਲ ਸੁਣ ਕੇ ਫੈਸਲਾ ਨਹੀਂ ਹੋਊਗਾ, ਉਹਦਾ ਵੀ ਗੱਲ ਸੁਣੀ ਜਾਊਗੀ। ਉਸ ਤੋਂ ਬਾਅਦ ਇਹ ਫੈਸਲਾ ਹੋ ਵੀ ਇਹਨੂੰ ਵਾਪਸ ਭੇਜਣਾ ਕਿ ਨਹੀਂ ਭੇਜਣਾ। ਪਰ ਜੇ ਜਿਹੜੀ ਕਾਨੂੰਨੀ ਪ੍ਰਕਿਰਿਆ ਇਹ ਕਾਫੀ ਮਤਲਬ ਕਠਿਨ ਹੈਗੀ, ਇਹਦੇ ਵਿੱਚ ਮੈਂ ਇਹ ਕਹਿਣਾ ਗਾ, ਅਤੇ ਕਾਫੀ ਗੁੰਝਲਦਾਰ ਹੈ। ਵੀ ਐਡਾ ਈਜ਼ੀ ਨਹੀਂ ਹੋਊਗਾ, ਕਿਉਂਕਿ ਅੱਜ ਤਾਂ ਦੇਖੋ ਇਹ ਇਸ਼ੂ ਬਣਿਆ ਹੋਇਆ ਹੈਗਾ, ਹਰ ਬੰਦਾ ਇਹਨੂੰ ਸੁਣ ਰਿਹਾ, ਦੇਖ ਰਿਹਾ।
ਹੋਰ ਸਮੇਂ ਬਾਅਦ 2 ਮਹੀਨੇ ਬਾਅਦ 2 ਮਹੀਨੇ ਬਾਅਦ ਇਹ ਠੰਡਾ ਹੋ ਜਾਣਾ ਇਸ਼ੂ। ਫਿਰ ਇਹਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਲੋਕਾਂ ਦੀ ਧਾਰਨਾ ਵੀ ਬਦਲ ਜਾਣੀ ਹੈ ਤੇ ਇਸ ਤਰ੍ਹਾਂ ਦਾ ਲੋਕਾਂ ਦਾ ਇੰਟਰਸਟ ਨਹੀਂ ਰਹਿਣਾ ਪਰ ਹੈ। ਇੱਕ ਗੱਲ ਤਾਂ ਇਹਦੇ ਵਿੱਚ ਹੈ ਕਿ ਜਿਸ ਢੰਗ ਦੇ ਨਾਲ ਚੈਟਸ ਸਾਹਮਣੇ ਆ ਗਈਆਂ, ਫੋਟੋਜ਼ ਸਾਹਮਣੇ ਆ ਗਈਆਂ, ਬਹੁਤ ਕੁਝ ਸਾਹਮਣੇ ਆ ਗਿਆ, ਇੱਕ ਗੱਲ ਤਾਂ ਹੈ ਵੀ ਧੋਖਾ ਤਾਂ ਹੋ ਰਿਹਾ ਏ, ਚਾਹੇ ਇਸ ਕੇਸ 'ਚ ਹੋਵੇ ਚਾਹੇ ਦੂਜੇ ਕੇਸਾਂ 'ਚ ਹੋਵੇ। ਧੋਖਾ ਹੋ ਰਿਹਾ ਹੈਗਾ, ਬੱਚੇ ਸਹੀ ਡਿਸੀਜਨ ਨਹੀਂ ਲੈ ਪਾ ਰਹੇ ਹੈਗੇ, ਉਹ ਆਪਣੀ ਕਮਿਟਮੈਂਟ ਤੋਂ ਦੂਰ ਹੋ ਜਾਂਦੇ ਨੇ। ਉਹ ਕਮਿਟਮੈਂਟ ਦੂਰ ਹੁੰਦੇ ਚਾਹੀਦਾ ਨੇ। ਕੀ ਸੀਗਾ? ਦੇਖੋ ਚਾਹੀਦਾ ਤਾਂ ਪਹਿਲੀ ਗੱਲ ਤਾਂ ਇਹ ਵੀ ਕਿਸੇ ਨੂੰ ਕਿਸੇ ਨਾਲ ਫਰਾਡ ਨਹੀਂ ਹੋਣਾ ਚਾਹੀਦਾ ਹੈਗਾ, ਕਿਸੇ ਨਾਲ, ਤੇ ਇਹ ਚੀਜ਼ ਦਾ ਕੋਈ ਸਾਰਥਕ ਹੱਲ ਹੋਣਾ ਚਾਹੀਦਾ ਹੈਗਾ। ਇਹ ਚੀਜ਼ ਅੱਗੇ ਰੁਕ ਜਾਣੀ ਆ। ਕਿਸੇ ਸੁਸਾਇਟੀ ਦੇ ਵਿੱਚ ਕ੍ਰਾਈਮ ਕਦੇ ਰੁਕਦਾ ਹੁੰਦਾ? ਉਹਨੂੰ ਘਟਾਇਆ ਜਾ ਸਕਦਾ ਹੁੰਦਾ। ਉਹਦੇ ਸਾਰੇ ਪਹਿਲੂਆਂ ਨੂੰ ਪੜਚੋਲ ਕਰਕੇ ਕੋਈ ਨਵੇਂ ਸੁਧਾਰਾਂ ਦੀ ਲੋੜ ਹੁੰਦੀ ਹੈ ਤੇ ਨਵੇਂ ਸੁਧਾਰ ਕਰਕੇ ਹੌਲੀ ਹੌਲੀ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਂਦਾ, ਘਟਾਇਆ ਜਾਂਦਾ। ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਤਾਂ ਮੁੰਡੇ ਹੀ ਇੰਡੀਪੈਂਡੈਂਟ ਹੋ ਜਾਣ, ਕਿ ਉਹ ਪੜ੍ਹ ਲਿਖ ਕੇ ਕੋਈ ਆਪ ਬੱਚਾ ਆਇਲਸ ਕਰਨ। ਚਾਹੇ ਮੁੰਡਾ ਚਾਹੇ ਕੁੜੀ ਹੈ, ਤੁਹਾਡੀ ਜਿਹੜੀ ਮੈਰੀ ਐਜੂਕੇਸ਼ਨ ਇੰਨੀ ਵਧੀਆ ਹੋਵੇ, ਤੁਹਾਨੂੰ ਆਇਲਸ ਕੋਈ ਚੀਜ਼ ਹੀ ਨਾ ਹੋਵੇ ਤੇ ਅਸੀਂ ਸਾਡੇ ਸਮਾਜ ਦੇ ਵਿੱਚ ਆਇਲਸ ਇੱਕ ਬਹੁਤ ਵੱਡੀ ਚੀਜ਼ ਬਣ ਚੁੱਕੀ ਹੈ। ਪਿੰਡਾਂ 'ਚ ਲੋਕ ਕਹਿੰਦੇ ਕੋਈ ਨਹੀਂ 10ਵੀਂ 12ਵੀਂ ਬੱਚਾ ਆਇਲਸ ਕਰਦਾ ਪਿਆ, ਮਾਂ ਪਿਓ ਨੂੰ ਇਹ ਲੱਗਦਾ ਵੀ ਬਹੁਤ ਵੱਡੀ ਕੁਝ ਸਟੱਡੀ ਕਰਦਾ ਪਿਆ ਹੈਗਾ। ਸਟੱਡੀ ਦਾ ਕੁਝ ਨਹੀਂ ਹੈ। ਇੱਕ ਵਧੀਆ ਇਹ ਵੀ ਹੋ ਗਿਆ ਕਿ ਅਸੀਂ ਡਿਪੈਂਡੈਂਟ ਹੋ ਗਏ ਕੈਨੇਡਾ ਵਰਗੇ ਮੁਲਕਾਂ ਤੇ, ਕਿ ਉੱਥੇ ਜਾ ਕੇ ਹੀ ਗੱਲ ਬਣਨੀ ਹੈ ਬਸ, ਉਹ ਤੋਂ ਬਿਨਾਂ ਸਾਡਾ ਕੋਈ ਭਵਿੱਖ ਨਹੀਂ। ਸਾਨੂੰ ਭਵਿੱਖ ਹੋਈ ਲੱਗ ਰਿਹਾ। ਪ੍ਰਵਾਸ ਜਿਹੜਾ ਹੈਗਾ ਨਾ, ਹੁਣ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਹਰ ਸਾਲ ਸਾਡੇ ਸੂਬੇ ਦਾ 24,000 ਕਰੋੜ ਰੁਪਈਆ ਸਾਲ ਦਾ ਸਾਡਾ ਕੈਨੇਡਾ ਜਾ ਰਿਹਾ ਐਜੂਕੇਸ਼ਨ ਸਿਸਟਮ ਦੇ ਵਿੱਚ। ਸਾਡਾ ਹਰ ਸਾਲ ਸਾਡੀ 1200 ਕਰੋੜ ਰੁਪਈਆ ਆਇਲਸ ਇੰਡਸਟਰੀ ਬਣ ਗਈ ਪੰਜਾਬ ਦੀ। 1200 ਕਰੋੜ ਦੀ 1200 ਕਰੋੜ ਨਾਲ ਤੁਸੀਂ ਕਹ ਲਓ ਕਿ ਸੂਬੇ ਦੀਆਂ ਸੜਕਾਂ ਬਣ ਸਕਦੀਆਂ ਨੇ, ਜਿਹੜਾ ਹਰ ਸਾਲ ਅਸੀਂ ਆਇਲਸ ਲੋਕਾਂ ਨੂੰ ਦੇ ਰਹੇ ਹੈਗੇ ਹਾਂ। ਉਸ ਤੋਂ ਬਾਅਦ ਸਾਨੂੰ 8 ਤੋਂ 9,000 ਕਰੋੜ ਬਾਹਰੋਂ ਹਰ ਸਾਲ ਸਾਰੇ ਕੰਟਰੀਆਂ 'ਚੋਂ ਸਾਡੇ ਦੇਸ਼ ਵਿੱਚ ਆਉਂਦਾ ਹੈਗਾ। ਪਹਿਲਾਂ ਕੀ ਹੁੰਦਾ ਸੀ, 8 ਤੋਂ 10,000 ਕਰੋੜ ਸਾਨੂੰ ਆਉਂਦਾ ਹੁੰਦਾ ਸੀਗਾ, ਸਾਡਾ 2 ਤੋਂ 3,000 ਕਰੋੜ ਬਾਹਰ ਜਾਂਦਾ ਸੀਗਾ। 7,000 ਕਰੋੜ ਸੂਬੇ ਨੂੰ ਜਾਂ ਪ੍ਰਾਂਤ ਨੂੰ ਸਾਡੇ ਨੂੰ ਬਚਦਾ ਸੀ। ਜਾਂਦਾ 24 ਹੈ, ਮੁੜਦਾ 8 ਹੈ ਤੇ ਜਾਂਦਾ ਤਾਂ 25 ਚੱਲਦਾ, 1200 ਕਰੋੜ ਵੀ ਆਇਲਸ ਦਾ ਵੀ ਜਾ ਰਿਹਾ ਹੈ ਨਾ। ਵੀ ਕਿੰਨਾ ਪੈਸਾ ਪ੍ਰਵਾਸ ਦੇ ਨਾਲ ਬਾਹਰ ਜਾ ਰਿਹਾ ਹੈ, ਲੱਖਾਂ ਬੱਚੇ ਜਾ ਰਹੇ, ਤੇ ਇਹ ਖੋਖਲਾ ਹੀ ਹੋ ਰਿਹਾ ਸਿਸਟਮ। ਇੱਥੇ ਵਾਲਾ ਸਿਸਟਮ ਖੋਖਲਾ ਹੀ ਹੋ ਰਿਹਾ। ਉਹਦੇ ਲਈ ਦੇਖੋ ਸਮਾਜ ਦੇ ਵਿੱਚ ਬੱਚਿਆਂ ਨੂੰ ਕੋਈ ਓਪਰਚੁਨਿਟੀ ਨਹੀਂ ਲੱਗਦੀ ਹੈਗੀ। ਉੱਥੇ ਇੱਕ ਅੱਛੀ ਜੀਵਨ ਸ਼ੈਲੀ ਲੱਗਦੀ ਬੱਚਿਆਂ ਨੂੰ ਵੀ ਅਸੀਂ ਜਾਵਾਂਗੇ, ਤੇ ਹੈਗੀ ਵੀ ਆ, ਲਾਅ ਐਂਡ ਆਰਡਰ ਹੈਗਾ, ਚਲੋ ਸੁੱਖ ਸਹੂਲਤਾਂ ਹੈਗੀਆਂ। ਹਰ ਬੰਦਾ ਚਾਹੁੰਦਾ ਮੇਰੀ ਜ਼ਿੰਦਗੀ ਦੀ ਜੀਵਨ ਸ਼ੈਲੀ ਜਾਂ ਮੈਂ ਮਤਲਬ ਸੁਖਦਾਈ ਜੀਵਨ ਅੱਗੇ ਬਤੀਤ ਕਰਾਂ। ਹਰੇ ਬੰਦੇ ਦੀ ਕੋਸ਼ਿਸ਼ ਹੁੰਦੀ ਹੈ, ਇਸ ਲਈ ਬੰਦਾ ਕੰਮ ਕਰਦਾ। ਉੱਥੇ ਜਾਣਾ ਕੋਈ ਮਾੜਾ ਨਹੀਂ ਹੈ। ਅੱਛਾ, ਇੱਕ ਇਸ ਕੇਸ 'ਚ ਵੀ ਹੋਇਆ ਜਾਂ ਹੋਰਾਂ 'ਚ ਵੀ ਜਿਹੜੀ ਐਲੀਗੇਸ਼ਨ ਲੱਗ ਰਹੇ ਨੇ ਕਿ ਕੁੜੀ ਨੇ ਉੱਥੇ ਜਾ ਕੇ ਕਿਸੇ ਹੋਰ ਨੂੰ ਫਰੈਂਡ ਬਣਾ ਲਿਆ ਜਾਂ ਲਿਵ ਇਨ 'ਚ ਚਲੇ ਗਈ, ਕੀ ਲੱਗਦਾ ਹੈ ਕਿ ਜੇ ਇਹ ਮੁੰਡੇ ਨਾਲ ਉਹਨੂੰ ਲੈ ਕੇ ਜਾਂਦੀ ਕੈਨੇਡਾ, ਬਾਅਦ ਵਿੱਚ ਜਿਸ ਨਾਲ ਰਹਿਣਾ ਸੀਗਾ ਡਾਈਵੋਰਸ ਲੈਂਦੀ ਜਾਂ ਆਪਸ 'ਚ ਸਹਿਮਤੀ ਹੁੰਦੀ, ਇਹ ਜ਼ਰੂਰੀ ਸੀ? ਤਾਂ ਜਦੋਂ ਜਿਸ ਤਰ੍ਹਾਂ ਜੁੜਦਾ ਹੈਗਾ, ਸ਼ਾਇਦ ਦੋਨਾਂ ਦੀ ਮਨ ਦੀ ਭਾਵਨਾ ਜੁੜਦੀਆਂ ਨਹੀਂ ਹੈਗੀਆਂ। ਇੱਕ ਇਹ ਤੁਸੀਂ ਕਹਿ ਲਓ, ਤੁਸੀਂ ਕਮਰਸ਼ੀਅਲ ਤੌਰ 'ਤੇ ਚੀਜ਼ ਜੁੜ ਜਾਂਦੀ ਹੈਗੀ ਆ, ਰੈਸੀਪ੍ਰੋਕਲ ਹੋ ਜਾਂਦਾ, ਆਦਾਨ ਪ੍ਰਦਾਨ ਹੋ ਜਾਂਦਾ ਹੈਗਾ। ਉੱਥੇ ਜਾ ਕੇ ਬੱਚੇ ਨੂੰ ਇਹ ਲੱਗਦਾ ਯਾਰ ਮੈਂ ਤਾਂ ਆਜ਼ਾਦ ਹੋ ਗਿਆ, ਕਿਉਂਕਿ ਉੱਥੇ ਦਾ ਸਿਸਟਮ ਆ ਜਿਹੜਾ ਤੁਹਾਨੂੰ ਫਰੀਡਮ ਮਿਲ ਜਾਂਦੀ ਹੈ। ਬੱਚੇ ਨੂੰ ਇਹ ਲੱਗਦਾ ਯਾਰ ਮੈਂ ਤਾਂ ਆਜ਼ਾਦ ਹੋ ਗਿਆ, ਕਿ ਉਹਨੂੰ ਸਮਝ ਤਾਂ ਨਹੀਂ ਹੁੰਦੀ ਪਿੱਛੇ ਮੈਂ ਕਿਵੇਂ ਆਇਆ ਇੱਥੇ। ਇਨਸਾਨ ਉਹ ਚੀਜ਼ ਭੁੱਲ ਜਾਂਦਾ ਹੈਗਾ। ਪਰ ਰਾਜਦੀਪ ਤੁਹਾਨੂੰ ਲੱਗਦਾ ਨਹੀਂ ਉਹਨੂੰ ਪਿੱਛੇ ਵਾਲਾ ਨਹੀਂ, ਇਹ ਤਾਂ ਉਹਦਾ ਨੈਤਿਕ ਫਰਜ਼ ਹੈ। ਨੈਤਿਕ ਫਰਜ਼ ਇਹੀ ਹੈ ਜਿਹਦੇ ਪੈਸੇ ਲੱਗੇ, ਜਿਹੇ ਇੱਥੇ ਹਾਲਾਤ ਸੀ, ਜਿਹਦੇ ਪੈਸੇ ਲੱਗ ਕੇ ਤੁਸੀਂ ਇੱਥੇ ਪਹੁੰਚੇ ਹੋਗੇ ਹੋ, ਤੁਸੀਂ ਗਰੀਬੀ 'ਚ ਉੱਠ ਕੇ ਇੱਥੇ ਆਏ ਹੋ, ਤੁਸੀਂ ਉਹਦਾ ਵਿਆਹ ਕਿਉਂ ਕੀਤਾ? ਤੁਹਾਡੇ ਕੋਲ ਪੈਸੇ ਨਹੀਂ ਸੀਗੇ, ਤੁਹਾਡੀ ਜ਼ਰੂਰਤ ਸੀਗੀ, ਤਾਂ ਹੀ ਤੁਸੀਂ ਕੀਤਾ। ਜੇ ਤੁਸੀਂ ਸਰਦੇ ਪੁੱਜਦੇ ਹੋਵੋ, ਤੁਹਾਨੂੰ ਕੀ ਲੋੜ ਹੈ? ਤੁਸੀਂ ਆਪ ਜਾਓ ਉੱਥੇ। ਜਿਹੜੇ ਮੁੰਡੇ ਵਾਲੇ ਬਹੁਤ ਸਾਰੇ ਥਾਵਾਂ ਤੇ ਕਹਿ ਰਹੇ ਨੇ ਕਿ ਅਸੀਂ ਕਿਸੇ ਨੇ ਜ਼ਮੀਨ ਵੇਚੀ, ਕਿਸੇ ਨੇ GPF ਕਢਾਇਆ, ਕਿਸੇ ਨੇ ਕਰਜ਼ਾ ਲਿਆ, ਕਿਸੇ ਨੇ ਟੂੰਬਾਂ ਵੇਚੀਆਂ, ਕਿਸੇ ਨੇ ਕੁਝ ਕੀਤਾ। ਮਾਂ-ਬਾਪ ਦੇਖੋ ਆਪਣੀ ਜ਼ਿੰਦਗੀ ਦੀ ਪੂੰਜੀ ਬੱਚੇ ਤੇ ਲਾਉਂਦੇ ਨੇ, ਚਾਹੇ ਮੁੰਡਾ ਚਾਹੇ ਕੁੜੀ ਹੈ, ਤੇ ਉਹਦੇ ਬਾਅਦ ਉਹ ਬੱਚੇ ਵੀ ਇੱਕ ਵਧੀਆ ਜੀਵਨ ਮਿਲ ਜਾਵੇ ਉਹਨੂੰ। ਉਸ ਤੋਂ ਬਾਅਦ ਧੋਖਾ ਹੋ ਜਾਵੇ ਤਾਂ ਦੇਖੋ ਤੁਸੀਂ ਉਹ ਮਤਲਬ ਮਾਨਸਿਕ ਤੌਰ ਤੇ ਕਈ ਟੁੱਟਦੇ ਨੇ। ਇਸ ਮਾਮਲੇ ਦੇ ਵਿੱਚ ਤਾਂ ਪੁੱਤ ਵੀ ਚਲੇ ਗਏ। ਦੇਖੋ ਇੱਥੇ ਪੁੱਤ ਵੀ ਚਲੇ ਗਿਆ। ਪੁੱਤ ਦਾ ਕਿੱਡਾ ਵੱਡਾ ਦੁੱਖ ਹੈ ਜੀ। ਪੈਸਾ ਸ਼ਾਇਦ ਭੁਲਾਇਆ ਜਾ ਸਕਦਾ ਸੀ, ਪਰ ਜਿਹੜਾ ਪੁੱਤ ਗਿਆ ਹੈਗਾ ਉਹ ਮਾਪੇ ਕਿਵੇਂ ਭੁਲਾਉਣਗੇ? ਇਹ 'ਚ ਬੱਚੀ ਦੀ ਬਹੁਤ ਵੱਡੀ ਗਲਤੀ ਹੈ। ਬੱਚੀ ਦੀ ਗਲਤ ਦੇਖੋ, ਅਸੀਂ ਪੱਖ ਦੋਨੋਂ ਸੁਣ ਕੇ ਫੈਸਲਾ ਸਹੀ ਲੈ ਸਕਦੇ ਹੈਗੇ ਹਾਂ, ਪਰ ਇੱਕ ਜਾਨ ਚਲੀ ਗਈ ਆ, ਉੱਥੇ ਬੱਚੀ ਦੀ ਗਲਤੀ ਮੈਨੂੰ ਜ਼ਿਆਦਾ ਲੱਗਦੀ ਹੈਗੀ ਹੈ। ਉਹਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ। ਹੁਣ ਇਸ ਘਟਨਾ ਤੋਂ ਸਬਕ ਕਿੰਡਾ ਕੁ ਲੈਣ ਦੀ ਲੋੜ ਹੈ? ਬਹੁਤ ਸਾਰੇ ਕੇਸ ਪੈਂਡਿੰਗ ਵੀ ਨੇ, ਬਹੁਤ ਸਾਰੇ ਭਵਿੱਖ 'ਚ ਵੀ ਆਉਣੇ ਨੇ, ਪਿੱਛੇ ਵੀ ਬਹੁਤ ਸ਼ਿਕਾਇਤਾਂ ਨੇ। ਮੈਂ ਉਹੀ ਚੀਜ਼ ਗੱਲ ਕਰਦਾ ਪਿਆ ਜੀ ਰਣਵੀਰ ਤੁਹਾਡੇ ਨਾਲ, ਵੀ ਹਰ ਸੁਸਾਇਟੀ 'ਚ ਹਰ ਚੀਜ਼ ਨੂੰ ਉਪਰਾਲੇ ਕੇ ਘਟਾਇਆ ਜਾ ਸਕਦਾ ਹੈਗਾ। ਇਹ ਸਾਵਧਾਨੀ ਵਰਤਣ ਦੀ ਜ਼ਰੂਰਤ ਹੈਗੀ ਆ। ਇਹ ਤਾਂ ਇਦਾਂ ਹੀ ਚੱਲਦੇ ਰਹਿਣੇ, ਇਹ ਨਹੀਂ ਅੱਜ ਹੋ ਗਿਆ ਕਿਸ ਮੁੜ ਕੇ ਹੋਣਾ ਨਹੀਂ। ਇਹ ਤਾਂ ਇੱਕ ਪਾਰਟ ਆਫ ਗੇਮ ਹੈਗਾ, ਅਤੇ ਇਹਨੂੰ ਅਸੀਂ ਘਟਾ ਸਕਦੇ ਹੈਗੇ ਹਾਂ। ਇਹਦੇ ਵਿੱਚ ਸਿੱਖਿਆ ਮਿਲੂਗੀ ਬੱਚਿਆਂ ਨੂੰ, ਸੇਧ ਲੈਣੀ ਚਾਹੀਦੀ ਹੈ ਵੀ ਕੀ ਨੁਕਸਾਨ ਹੋਇਆ ਪਿੱਛੇ। ਉਹਦੇ ਕੁੜੀ ਦੇ ਪੇਰੈਂਟਸ, ਉਹ ਵੀ ਹਰਾਸਮੈਂਟ ਹੋ ਰਹੀ ਹੈ, ਉਹਨੂੰ ਇੱਕ ਬੱਚੇ ਦੀ ਜਾਨ ਚਲੇਗੀ। ਸਾਰੇ ਪਰਿਵਾਰ ਦੇਖੋ ਤੁਸੀਂ, ਸਾਰੇ ਪਰਿਵਾਰ ਮਾਨਸਿਕ ਤੌਰ 'ਤੇ ਵੀ ਸਮਾਜਿਕ ਤੌਰ 'ਤੇ ਵੀ ਟੁੱਟੇ ਹੀ ਨੇ ਨਾ, ਟੁੱਟੇ ਹੀ ਨੇ ਸਾਰੇ ਪਰਿਵਾਰ। ਬੱਚਿਆਂ ਨੂੰ ਵੀ ਸਮਝਣਾ ਪੈਣਾ ਵੀ ਅਸੀਂ ਜੋ ਸਾਡੀ ਸ਼ਰ੍ਹਾ ਤੈਅ ਹੋਈ ਹੈਗੀ ਆ, ਚਾਹੇ ਸਾਡਾ ਅਸਲੀ ਵਿਆਹ ਚਾਹੇ ਸਾਡਾ ਨਕਲੀ ਵਿਆਹ ਜੋ ਵੀ ਹੈਗਾ, ਠੀਕ ਹੈ, ਵੀ ਅਸੀਂ ਜੋ ਸ਼ਰ੍ਹਾ ਤੈਅ ਕਰਕੇ ਇੱਥੇ ਆਏ ਹਾਂ ਉਹ ਨਿਭਾਉਣਾ ਉਹਨਾਂ ਦਾ ਨੈਤਿਕ ਫਰਜ਼ ਬਣਦਾ ਹੈਗਾ।
ਬਾਕੀ ਦੇਖੋ ਤੁਸੀਂ ਇਹ ਜਿਹੜੀ ਚੀਜ਼ ਹੈ ਧੋਖਾ, ਮੈਂ ਪਹਿਲਾਂ ਵੀ ਕਹਿ ਰਿਹਾ ਸੀ ਧੋਖਾ ਤਾਂ ਮਾੜਾ ਹੀ ਆ, ਚਾਹੇ ਮੁੰਡਾ ਕਰਦਾ ਜਾਂ ਕੁੜੀ ਕਰਦੀ ਹੈਗੀ ਆ। ਇਹਦੇ 'ਚ ਮਤਲਬ ਹੁਣ ਇਹਦੇ ਦਾ ਸਾਡੇ ਤੁਸੀਂ ਦੇਖੋ ਇਹ ਜਦੋਂ ਇਹ ਹੁਣੇ ਘਟਨਾ ਹੋਈ ਹੈ ਨਾ ਰਣਵੀਰ, ਇਹਦਾ ਕਾਨੂੰਨੀ ਤੌਰ ਤੇ ਵੀ ਬਹੁਤ ਵੱਡਾ ਆਉਣ ਵਾਲੇ ਜਿਹੜੇ ਕੇਸ ਜਾਣੇ ਨੇ ਉਹਨਾਂ ਸ਼ੱਕ ਦੀ ਨਜ਼ਰ ਨਾਲ ਦੇਖਣਗੇ। ਸ਼ੱਕ ਦੀ ਨਜ਼ਰ ਨਹੀਂ, ਉਹਨਾਂ 'ਚ ਵੀ ਕਾਨੂੰਨਾਂ 'ਚ ਬਹੁਤ ਬਦਲਾਅ ਹੋ ਸਕਦਾ ਹੈਗਾ। ਕੋਈ ਨਵੇਂ ਬੱਚੇ ਦਾ ਜਿਨ੍ਹਾਂ ਦੀ ਕੋਈ ਉਮੀਦ ਸੀਗੀ, ਉਹ ਉਮੀਦ ਮੈਂ ਸੋਚਦਾ ਵੀ ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਇਸ ਲਈ ਆਪਾਂ ਕੋਈ ਵੀ ਇਹੋ ਜਿਹਾ ਕਦਮ ਨਾ ਚੱਕੀਏ ਜਿਹਦੇ ਨਾਲ ਪੂਰੇ ਸਮੁਦਾਇ ਨੂੰ ਆਪਣਾ ਸਰ ਨੀਵਾਂ ਕਰਨਾ ਪਵੇ, ਕਿਉਂਕਿ ਸਭ ਦੇ ਭਵਿੱਖ ਦਾ ਸਵਾਲ ਆ। ਹਰ ਕਿਸੇ ਨੇ ਉਪਰਾਲਾ ਕਰਨਾ ਬਾਹਰ ਜਾਣ ਦਾ, ਤੇ ਉਹਦਾ ਬਣਦਾ ਵੀ ਹੈ, ਠੀਕ ਹੈ। ਪ੍ਰਵਾਸ ਕਰਨਾ ਚੰਗੇ ਰੁਜ਼ਗਾਰ ਲਈ, ਚੰਗੇ ਜੀਵਨ ਲਈ ਤਾਂ ਬਣਦਾ ਹੈਗਾ। ਇਹ ਨਾ ਵੀ ਅਸੀਂ ਉੱਥੇ ਪਹੁੰਚ ਕੇ ਅਸੀਂ ਇਹ ਸੋਚਣ ਲੱਗ ਜਾਈਏ ਵੀ ਅਸੀਂ ਪਹੁੰਚ ਕੇ ਮਗਰਲੇ ਆਉਣ ਨਾ ਆਉਣ, ਡੁੱਬਣ ਮਰਨ, ਇਹ ਇੱਦਾਂ ਇਹ ਗਲਤ ਹੈਗੀ ਆ। ਜੇ ਅਸੀਂ ਇਹੋ ਜਿਹੀ ਸੋਚਦੇ ਹਾਂ, ਮੈਂ ਕਹਿੰਦਾ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਤੇ ਤਾਂ ਜੋ ਇਹੋ ਜਿਹੀ ਘਟਨਾਵਾਂ ਅੱਗੇ ਤੋਂ ਘਟਣ। ਬਿਲਕੁਲ, ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਵਾਕਈ ਹੀ ਜਿੰਨੇ ਇਹ ਕੇਸ ਸਾਹਮਣੇ ਆ ਰਹੇ ਨੇ ਇਹ ਮੰਦਭਾਗੇ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ। ਕੁੜੀਆਂ ਨੂੰ, ਮੁੰਡੇ ਕੁੜੀਆਂ ਨੂੰ ਜਿੰਨੇ ਵੀ ਨੇ ਆਪਸ ਦੇ ਵਿੱਚ ਜਿਸ ਢੰਗ ਦੇ ਨਾਲ ਪਾਰਟਨਰ ਦੀ ਗੱਲ ਹੋਵੇ ਜਾਂ ਜਿਸ ਢੰਗ ਦੇ ਨਾਲ ਸਹਿਮਤੀ ਦੀ ਗੱਲ ਹੋਵੇ, ਚਾਹੇ ਰਿਸ਼ਤੇ ਨਿਭਾਉਣ ਦੀ ਗੱਲ ਹੋਵੇ, ਜ਼ਰੂਰ ਨਿਭਾਉਣੇ ਚਾਹੀਦੇ ਨੇ। ਤੇ ਧੋਖਾ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇ ਕੋਈ ਧੋਖਾ ਕਰਦਾ ਤਾਂ ਉਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।